इस तरीके ਨਾਲ ਜਥੇਬੰਦੀਆਂ देख रही ने क्योंकि रजिंदर होरी जो 5 मैंबरी कमेटी बनी है जो वकीलों के नाल मुलाकात करती है कल देर शाम भी एच एस फुलका होरां नाल दुष्यंत दवे होरां नाल भी मुलाकात की और कोर्ट अगर स्टे लगा देंदी है तो जथेबंदियां किस तरीके नाल देखदियां ने कमेटी नूं लैके क्यों जथेबंदियां राजी नहीं ने रजिंदर होरी ये दसो कि कमेटी नूं लैके जथेबंदियां राजी क्यों नहीं ने और दूजे पासे अगर अज स्टे लगा दिता जाता कोर्ट वालों स्टे लगा दिता जाता तो तुहाडी जित होएगी जे स्टे लगा दिता जाता साडी अंशक जित होगी पर साडा अंदोलन उन्ना समा जारी रहूगा जिन्ना समा कानून रद्द नहीं हो जाते क्योंकि असी पंकज जी पहले दिन तो ये गल बहुत साफ की हुई है सरकार दे नाल और किसान भी इसे गल करके आए आ कि असी कानून जिहड़े रद्द करवा के वापस जाने आ इस करके कानून सस्पेंड होने दे नाल मामला हल जिहड़ा वो नहीं हुंदागा। लेकिन अगर सुप्रीम कोर्ट रद्द कानून नूं जिहड़ा होल्ड कर दिंदी है तो फिर तुसीं कह रहे हो जित भी है तो जित है तो फिर अंदोलन भी मुकना चाहिए। देखो असी जित इस करके कह रहे हैं कि सुप्रीम कोर्ट ये मन्नूगी भी कानून गलत आ इस करके उन्होंने होल्ड कर दूगी पर मान लो कि होल्ड साल वास्ते कर दिते जाते हैं असी कानून रद्द कराने तो की असी साल इत्थे इदां ही बैठे रहांगे जां असी जे वापस जावांगे तो यदा मतलब साडा अंदोलन खत्म हो जाऊगा। रोज़ रोज़ इस तरह की लहर जिहड़ी नहीं बनदीगी इस देश दे विच जदों करोना वाला काम शुरू होया ਤਾਂ ਜਿੰਨੇ ਵੀ खेती ਦੇ ਆਰਥਿਕਤਾ ਦੇ ਸੈਕਟਰ ਸੀਗੇ ਸਾਰੇ ਡਾਊਨ ਜਾ ਰਹੇ ਸੀ ਸਿਰਫ ਜਿਹੜੀ ਖੇਤੀਬਾੜੀ ਖੇਤਰ 'ਚ ਵਾਧਾ ਦਰ ਸੀ ਜਿਹੜਾ ਉਹ ਦਰਜ ਕੀਤਾ ਗਿਆ ਔਰ ਉਸ ਖੇਤਰ ਨੂੰ ਅੱਜ ਜਦੋਂ ਕਾਰਪੋਰੇਟ ਦੇ ਹਵਾਲੇ ਕਰਨ ਦੀ ਗੱਲ ਕੀਤੀ ਜਾ ਰਹੀ ਆ ਤੇ ਉਹਦੇ 'ਚ ਅਸੀਂ ਕੋਈ ਵਿੱਚ ਵਿਚਾਲੇ ਵਾਲੀ ਗੱਲ ਨਹੀਂ ਕਰਨਾ ਚਾਹੁੰਦੇ ਅਸੀਂ ਇਸ ਖੇਤਰ ਨੂੰ ਬਚਾਉਣ ਵਾਸਤੇ ਲੜਾਈ ਲੰਬੀ ਲੜਾਂਗੇ ਔਰ ਉਹ ਤਾਂ ਹੀ ਬਚ ਸਕਦਾ ਜੇ ਕਾਨੂੰਨ ਇਹ ਜਿਹੜੇ ਉਹ ਰੱਦ ਹੋਣਗੇ। ਅਗਲੀ ਗੱਲ ਜਿਹੜੀ ਵੀ ਇਹ ਮਾਮਲਾ ਭਾਰਤ ਸਰਕਾਰ ਤੇ ਭਾਰਤ ਦੇ ਲੋਕਾਂ ਦੇ ਦਰਮਿਆਨ ਆ ਲੋਕਾਂ ਦੀ ਚੁਣੀ ਸਰਕਾਰ ਆ ਉਹਨੇ ਕਾਨੂੰਨ ਬਣਾਇਆ ਲੋਕ ਉਹਦਾ ਵਿਰੋਧ ਕਰ ਰਹੇ ਹੈਗੇ ਆ ਔਰ ਅਸੀਂ ਲੋਕ ਇਹ ਚਾਹੁੰਦੇ ਕਾਨੂੰਨ ਜਿਹੜੇ ਰੱਦ ਹੋਣ। ਜਿਹੜੀ ਹੁਣ ਸਰਕਾਰ ਨੇ ਉਸ ਦਿਨ ਵੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਹੋਰਾਂ ਨੇ ਇਹ ਕਿਹਾ ਕਿ ਆਪਾਂ ਸੁਪਰੀਮ ਕੋਰਟ 'ਚ ਤੁਸੀਂ ਵੀ ਆ ਜਾਓ ਅਸੀਂ ਵੀ ਆ ਜਾਂਦੇ ਆ ਉੱਥੇ ਮਾਮਲਾ ਜਿਹੜਾ ਹੈਗਾ ਨਿਬੇੜ ਲੈਂਦੇ ਆ ਦੋਨਾਂ ਤੇ ਫੈਸਲਾ ਜਿਹੜਾ ਬਾਈਂਡਿੰਗ ਹੋਊਗਾ। ਅਸੀਂ ਕਿਹਾ ਵੀ ਨਹੀਂ ਅਸੀਂ ਉੱਥੇ ਵੀ ਇਨਕਾਰ ਕੀਤਾ ਸੀ ਕੱਲ੍ਹ ਵੀ ਅਸੀਂ ਆਪਣੇ ਵਕੀਲਾਂ ਨੂੰ ਮਿਲ ਕੇ ਇਨਕਾਰ ਕੀਤਾ ਔਰ ਅੱਜ ਵੀ ਸਾਡੇ ਵਕੀਲ ਕੋਰਟ ਦੇ ਵਿੱਚ ਜਿਹੜੀ ਇਹੀ ਕਹਿਣਗੇ ਕਿਉਂਕਿ ਇਹਦੇ ਨਾਲ ਕੀ ਹੋਊਗਾ ਜੇ ਸੁਪਰੀਮ ਕੋਰਟ ਦੀ ਕਮੇਟੀ ਸਾਹਮਣੇ ਅਸੀਂ ਪੇਸ਼ ਹੁੰਦੇ ਆ ਤੇ ਸਾਡੇ ਅੰਦੋਲਨ ਨੂੰ ਜਿਹੜਾ ਨੁਕਸਾਨ ਪਹੁੰਚੂਗਾ। ਲੋਕਾਂ 'ਚ ਗੁੱਸਾ ਕੇਂਦਰ ਸਰਕਾਰ ਪ੍ਰਤੀ ਆ। ਤੁਹਾਨੂੰ ਕਿਉਂ ਲੱਗਦਾ ਹੈ ਕਿ ਕਮੇਟੀ ਅਗਰ ਸੁਪਰੀਮ ਕੋਰਟ ਬਣਾਉਂਦੀ ਹੈ ਤਾਂ ਨੁਕਸਾਨ ਜਿਹੜਾ ਵਾ ਅੰਦੋਲਨ ਨੂੰ ਹੋਏਗਾ ਔਰ ਕਮੇਟੀ ਦੇ ਸਾਹਮਣੇ ਜਾਂ ਕਮੇਟੀ ਕਿਉਂ ਨਹੀਂ ਮਨਜ਼ੂਰ ਜਥੇਬੰਦੀਆਂ? देखो नुकसान इस तरह होगा क्योंकि लोगों का गुस्सा खेतीबाड़ी कानूनों के खिलाफ आ और लोगों की जिहड़ी संघर्ष आ वो केंद्र सरकार के खिलाफ आ और केंद्र की थां ते सुप्रीम कोर्ट आ जाए लोगों का गुस्सा डिफ्यूज़ होगा साडे अंदोलन नूं जिहड़ी नुकसान पहुंचूगा। इस करके असीं नहीं चाहुंदे कि लोगों की जिहड़ी पार्टिसिपेशन घटे जदों पार्टिसिपेशन घट गई सरकार ने उदों ही डांगा मार के साडा अंदोलन जिहड़ा वो खत्म कर देना ये असीं देखते आए हैं। ਤੁਸੀਂ ਦੇਖੋ ਕੋਰਟ ਨੇ ਵੀ ਕਿਹਾ ਕੋਰਟ ਨੇ ਵਕੀਲਾਂ ਦੀ ਜ਼ਿੰਮੇਵਾਰੀ ਵੀ ਲਗਾਈ ਕਿ ਇਹ ਕਹੋ ਕਿ ਚੀਫ ਜਸਟਿਸ ਆਫ ਇੰਡੀਆ ਕਹਿ ਰਹੇ ਨੇ ਕਿ ਬੱਚੇ ਬਜ਼ੁਰਗ ਮਹਿਲਾਵਾਂ ਚਲੇ ਜਾਣ ਔਰ ਬਜ਼ੁਰਗ ਕਹਿ ਰਹੇ ਨੇ ਕਿ ਜ਼ਿਆਦਾ ਤਾਂ ਅਸੀਂ ਆਏ ਹੋਏ ਹਾਂ ਅਸੀਂ ਵਾਪਸ ਨਹੀਂ ਮੁੜਾਂਗੇ। ਅਸੀਂ ਸਾਰੇ ਹੀ ਚਲੇ ਜਾਵਾਂਗੇ ਕਾਨੂੰਨ ਰੱਦ ਕਰ ਦੋ ਕੱਲੇ ਬੱਚੇ ਬਜ਼ੁਰਗ ਤੇ ਮਹਿਲਾਵਾਂ ਹੀ ਕਿਉਂ ਅਸੀਂ ਸਾਰੇ ਇੱਥੇ ਕਿਹੜੀ ਗੱਲ ਨਹੀਂ ਬੈਠੇ ਕਾਨੂੰਨ ਰੱਦ ਕਰਾਉਣ ਲਈ ਬੈਠੇ ਹੈਗੇ ਆ ਔਰ ਜਿਹੜੇ ਬਜ਼ੁਰਗ ਬੈਠੇ ਆ ਬਜ਼ੁਰਗਾਂ ਨੂੰ ਪਤਾ ਕਿ ਉਹਨਾਂ ਨੇ ਕਿੱਦਾਂ ਮਰ ਕੇ ਜਿਹੜੀਆਂ ਇਹ ਬੇਆਬਾਦ ਜ਼ਮੀਨਾਂ ਆਬਾਦ ਕੀਤੀਆਂ ਨੇ ਤੇ ਅੱਜ ਦੇਸ਼ ਦਾ ਵੱਡਾ ਹਿੱਸਾ ਖੇਤੀਬਾੜੀ ਕਰਕੇ ਪਲ ਰਿਹਾ ਔਰ ਇਸ ਪੰਜਾਬ ਦੀ 86% ਕਿਸਾਨੀ ਜਿਹੜੀ ਆ ਛੋਟੀ ਕਿਸਾਨੀ ਆ ਸਮੁੱਚੇ ਦੇਸ਼ ਦੀ ਛੋਟੀ ਕਿਸਾਨੀ ਜਿਹੜੀ 86% ਆ ਔਰ ਉਹਨਾਂ ਦੀਆਂ ਜ਼ਮੀਨਾਂ ਜੇ ਕਾਰਪੋਰੇਟ ਖੋਣੀਆਂ ਚਾਹੂਗਾ ਤੇ ਉਹ ਜੇ ਬਜ਼ੁਰਗ ਆਪਣੇ ਬੱਚਿਆਂ ਲਈ ਨਹੀਂ ਬੈਠਣਗੇ ਤੇ ਫਿਰ ਕੌਣ ਬੈਠੂਗਾ? ਜੀ ਜੈਨੀ ਹੋਰੀ ਕਹਿ ਰਹੇ ਕਿ ਇਹ ਗਲਤਫਹਿਮੀ ਦੇ ਵਿੱਚ ਨੇ ਇੱਕ ਗਲਤ ਸੁਨੇਹਾ ਕਿਸਾਨਾਂ ਦੇ ਵਿੱਚ ਚਲਾ ਗਿਆ ਕਿ ਜ਼ਮੀਨਾਂ ਤੇ ਕਬਜ਼ੇ ਹੋ ਜਾਣਗੇ। ਅਜਿਹਾ ਕੁਝ ਨਹੀਂ ਹੈ ਨਾ ਤਾਂ ਕੋਈ ਜ਼ਮੀਨਾਂ ਤੇ ਕਬਜ਼ਾ ਹੋਏਗਾ ਨਾ ਕੁਝ। ਸਰਜੀਤ ਜੈਨੀ ਵਰਗੇ ਬੰਦਿਆਂ ਦੀ ਗੱਲ ਤੇ ਕੋਈ ਟਿੱਪਣੀ ਨਹੀਂ ਉਹਨਾਂ ਨੂੰ ਅਸੀਂ ਦੇਖਾਂਗੇ ਪੰਜਾਬ 'ਚ। ਲੇਕਿਨ ਬੀਜੇਪੀ ਵੱਲੋਂ ਵੀ ਇਹ ਕਿਹਾ ਜਾ ਰਿਹਾ ਪੂਰੇ ਬੀਜੇਪੀ ਦੇ ਲੀਡਰਸ਼ਿਪ ਵੱਲੋਂ ਕਿਹਾ ਜਾ ਰਿਹਾ ਤੋਮਰ ਹੋਰੀ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਸੀਗੇ ਕਿ ਜ਼ਮੀਨਾਂ ਤੇ ਕਬਜ਼ਾ ਨਹੀਂ ਹੋਏਗਾ ਇੱਕ ਗਲਤਫਹਿਮੀ ਜਿਹੜੀ ਉਹ ਕਿਸਾਨ ਜਥੇਬੰਦੀਆਂ ਨੂੰ ਹੋਊਗੀ। ਦੇਖੋ ਜਿਹੜਾ ਕੰਟਰੈਕਟ ਐਕਟ ਆ ਉਹਦੇ ਜਿਹੜਾ ਸੈਕਸ਼ਨ 9 ਆ ਉਹ 'ਚ ਬਹੁਤ ਸਾਫ਼ ਲਿਖਿਆ ਗਿਆ ਕਿ ਜਿਹੜਾ ਸਪਾਂਸਰ ਹੋਊਗਾ ਸਪਾਂਸਰ ਮਤਲਬ ਕੰਪਨੀ ਤੇ ਜਿਹੜਾ ਕਿਸਾਨ ਹੋਊਗਾ ਉਹ ਆਪਣੀ ਜਿਹੜੀ ਆ ਉਹਦੇ ਖਰਚੇ ਵਾਸਤੇ ਫਸਲ ਦੇ ਖਰਚੇ ਵਾਸਤੇ ਉਹ ਜਿਹੜਾ ਕਰਜ਼ਾ ਲੈ ਸਕਦਾ ਔਰ ਉਹ ਕਰਜ਼ਾ ਸੈਂਟਰ ਦਾ ਇੰਸਟੀਟਿਊਸ਼ਨ ਹੋਵੇ ਸਟੇਟ ਦਾ ਇੰਸਟੀਟਿਊਸ਼ਨ ਜਾਂ ਹੋਰ ਕੋਈ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਹੋਵੇ ਉਹਦੇ ਤੇ ਕਰਜ਼ਾ ਲੈ ਸਕਦਾ ਔਰ ਉਹਦੇ ਉੱਪਰ ਜਿਹੜੀ ਕੰਪਨੀਆਂ ਕੰਸਟਰਕਸ਼ਨ ਵੀ ਜਿਹੜੀ ਆ ਉਹ ਕਰ ਸਕਦੀ ਆ ਔਰ ਜਦੋਂ ਕੰਟਰੈਕਟ ਖਤਮ ਹੋ ਗਿਆ ਉਸ ਤੋਂ ਬਾਅਦ ਕੰਪਨੀ ਕੰਸਟਰਕਸ਼ਨ ਢਾਊਗੀ ਜੇ ਨਹੀਂ ਢਾਊਗੀ ਤਾਂ ਜ਼ਮੀਨ ਦੀ ਜਿਹੜੀ ਮਾਲਕੀ ਆ ਉਹਦੇ ਤੇ ਉਹਨੂੰ ਕੋਈ ਫਰਕ ਨਹੀਂ ਪਊਗਾ ਕਿਸਾਨ ਦੀ ਰਹੂਗੀ ਇਹ ਲਿਖਿਆ ਹੋਇਆ ਠੀਕ ਆ। ਪਰ ਮੈਂ ਸੁਣੋ ਮੈਨੂੰ ਗੱਲ ਪੂਰੀ ਕਰਨ ਦੇ ਕਿਉਂਕਿ ਤੁਸੀਂ ਕਾਨੂੰਨੀ ਪਹਿਲੂ ਜਿਹੜਾ ਹੈਗਾ ਛੇੜਿਆ ਜਿਹੜਾ ਸੈਕਸ਼ਨ 14 ਤੇ 15 ਹੈਗਾ ਠੀਕ ਆ
ਔਰ ਸੈਕਸ਼ਨ 14 ਦੇ ਵਿੱਚ ਜਿਹੜਾ ਮਤਲਬ ਐਸਡੀਐਮ ਫੈਸਲੇ ਕਰੂਗਾ ਜੇ ਕੋਈ ਡਿਸਪਿਊਟ ਪੈਦਾ ਹੁੰਦਾ ਕੰਪਨੀ ਤੇ ਕਿਸਾਨ ਦੇ ਵਿੱਚ, ਤਾਂ ਉਹਦੇ 'ਚ ਇਹ ਲਿਖਿਆ ਗਿਆ ਕਿ ਅੱਗੇ ਜਿਹੜਾ ਵੀ ਸੈਕਸ਼ਨ 15 ਦੇ ਵਿੱਚ ਕਿ ਜਿਹੜਾ ਸੈਕਸ਼ਨ 14 ਹੈਗਾ ਉਹ ਕਿਸਾਨਾਂ ਤੇ ਲਾਗੂ ਜਿਹੜਾ ਨਹੀਂ ਹੋਊਗਾ। ਉਹ ਕੀ ਆ ਕਿ ਡਿਸਪਿਊਟ ਪੈਦਾ ਹੋਣ ਤੇ ਜੇ ਕਿਸਾਨ ਦੀ ਫਸਲ ਦਾ ਭੁਗਤਾਨ ਨਹੀਂ ਕਰੂਗੀ ਕੰਪਨੀ ਤਾਂ ਐਸਡੀਐਮ ਭੁਗਤਾਨ ਕਰਵਾਊਗਾ। ਪਰ ਸੈਕਸ਼ਨ ਜਿਹੜਾ 9 ਹੈਗਾ ਕੰਟਰੈਕਟ ਐਕਟ ਦਾ, ਉਹਦੇ ਬਾਰੇ ਉਹ ਕਾਨੂੰਨ ਸਾਇਲੈਂਟ ਆ, ਜਿੰਦੇ ਤਹਿਤ ਕਿਸਾਨ ਦੀ ਜ਼ਮੀਨ ਤੇ ਕਰਜ਼ਾ ਲਿਆ ਜਾ ਸਕਦਾ, ਕੰਸਟਰਕਸ਼ਨ ਕੀਤੀ ਜਾ ਸਕਦੀ ਆ, ਜਿੰਦੇ ਤਹਿਤ ਕਿਸਾਨ ਦੀ ਜ਼ਮੀਨ ਜਿਹੜੀ ਉਹ ਜਾ ਸਕਦੀ ਹੈਗੀ ਆ ਜਦੋਂ ਮਰਜ਼ੀ। ਉਹ ਇਹ ਕਲੌਜ਼ ਵਾਈਜ਼ ਡਿਸਕਸ਼ਨ ਦੇ ਵਿੱਚ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਨੂੰ ਗੱਲ ਅਸੀਂ ਜਚਾ ਕੇ ਆਏ ਹੋਏ ਆ। ਇਹ ਤੁਸੀਂ ਟੈਕਨੀਕਲ ਪੁਆਇੰਟ ਦੱਸਿਆ, ਇਹ ਕਾਨੂੰਨੀ ਪੁਆਇੰਟ ਜਿਹੜਾ ਵਾ ਉਹ ਤੁਸੀਂ ਜ਼ਿਕਰ ਕੀਤਾ। ਬਿਲਕੁਲ ਜੀ, ਬਿਲਕੁਲ ਜੀ। ਔਰ ਇਹ ਕਿਸਾਨ ਦੀ ਜ਼ਮੀਨ ਉਹ ਹੁਣ ਦੇਖੋ ਦੁਨੀਆ ਦੇ ਵਿੱਚ ਜਿੱਥੇ ਵੀ ਕਾਰਪੋਰੇਟ ਫਾਰਮਿੰਗ ਆਈ ਆ, ਅਮਰੀਕਾ ਦੇ ਵਿੱਚ ਅੱਜ ਕੀ ਆ ਕਿ ਅਮਰੀਕਾ ਦੇ ਵਿੱਚ ਕੈਦੀ ਜਿਹੜੇ ਹੈਗੇ ਆ ਉਹ ਕਿਸਾਨਾਂ ਤੋਂ ਜ਼ਿਆਦਾ ਆ, ਯਾਨੀ ਕਿ ਇੰਨੇ ਘੱਟ ਕਿਸਾਨ ਨੇ ਕਿ ਅਮਰੀਕਾ ਦੀਆਂ ਜੇਲ੍ਹਾਂ 'ਚ ਲੋਕ ਜਿੰਨੇ ਬੰਦ ਆ ਕਿਸਾਨ ਉਸ ਤੋਂ ਵੀ ਘੱਟ ਆ। ਆਪਾਂ ਪੰਜਾਬ ਦੀ ਉਦਾਹਰਨ ਲੈ ਲਈਏ, ਪੰਜਾਬ ਦੀਆਂ ਜੇਲ੍ਹਾਂ 'ਚ 24,000 ਲੋਕ ਬੰਦ ਆ ਔਰ ਮਾਲ ਮਹਿਕਮੇ ਦੇ ਰਿਕਾਰਡ ਮੁਤਾਬਕ 2019 ਦੇ 10,96,000 ਪਰਿਵਾਰਾਂ ਦੇ ਕੋਲੇ ਜ਼ਮੀਨ ਆ। ਤੇ ਜੇ ਅਮਰੀਕਾ ਵਾਲਾ ਮਾਡਲ ਲਾਗੂ ਕਰ ਲਈਏ ਤਾਂ ਇਹਦਾ ਮਤਲਬ ਪੌਣੇ 11 ਲੱਖ ਪਰਿਵਾਰਾਂ ਦੀ ਜ਼ਮੀਨ ਜਿਹੜੀ ਪੰਜਾਬ 'ਚੋਂ ਜਾਊਗੀ। ਇਹ ਉਹੀ ਮਾਡਲ ਆ ਜਿਹੜਾ ਪੂਰੀ ਦੁਨੀਆ 'ਚ ਫੇਲ ਹੋ ਚੁੱਕਿਆ ਤੇ ਸਾਡੇ ਦੇਸ਼ 'ਚ ਲਿਆਉਣਾ ਚਾਹੁੰਦੇ। ਹੁਣ ਇਹ ਦੱਸੋ ਕਿ ਅੱਜ ਸੁਪਰੀਮ ਕੋਰਟ ਦਾ ਜੋ ਵੀ ਫੈਸਲਾ ਆਉਂਦਾ ਜਥੇਬੰਦੀਆਂ ਨੂੰ ਮਨਜ਼ੂਰ ਹੋਏਗਾ? ਦੇਖੋ ਸਾਨੂੰ ਸਿਰਫ ਰਿਪੀਲ ਵਾਲੀ ਗੱਲ ਮਨਜ਼ੂਰ ਆ, ਕਾਨੂੰਨ ਰੱਦ ਕਰਦੇ ਸੁਪਰੀਮ ਕੋਰਟ ਕਰਦੇ, ਕੇਂਦਰ ਸਰਕਾਰ ਕਰਦੇ, ਉਹੀ ਗੱਲ ਮਨਜ਼ੂਰ ਆ। ਇਸ ਤੋਂ ਇਲਾਵਾ ਸਾਨੂੰ ਕੋਈ ਗੱਲ ਮਨਜ਼ੂਰ ਔਰ ਹੋਲਡ ਨੂੰ ਲੈ ਕੇ ਜੋ ਤੁਸੀਂ ਕਿਹਾ ਕਿ ਜਿੱਤ ਹੈ ਸਾਡੀ, ਹੋਲਡ ਨੂੰ ਲੈ ਕੇ ਫਿਰ ਅੱਗੇ ਅਗਰ ਅੱਜ ਸੁਪਰੀਮ ਕੋਰਟ ਕਾਨੂੰਨ ਹੋਲਡ ਕਰ ਦਿੰਦੀ ਹੈ, ਉਸ ਤੋਂ ਬਾਅਦ ਅਗਲੀ ਰਣਨੀਤੀ ਜਥੇਬੰਦੀਆਂ ਦੀ ਕੀ ਹੋਏਗੀ? ਸਾਡੀ ਅਗਲੀ ਰਣਨੀਤੀ ਸਾਫ਼ ਆ ਕਿ ਕਾਨੂੰਨ ਰੱਦ ਕਰਾਉਣ ਤੱਕ ਲੜਾਈ ਹੋਣੀ ਆ। ਜੇ ਹੋਲਡ ਹੋਣਗੇ ਤਾਂ ਇਹਦਾ ਮਤਲਬ ਇਸ ਕੇਂਦਰ ਸਰਕਾਰ ਕਾਨੂੰਨਾਂ ਦੀ ਜਿਹੜੀ ਲਾਗੂ ਹੋ ਰਹੇ ਆ ਉਹ ਤੇ ਰੋਕੂਗੀ, ਤਾਂ ਉਹਨੂੰ ਅਸੀਂ ਅੰਸ਼ਕ ਜਿੱਤ ਕਵਾਂਗੇ। ਜਿਵੇਂ ਸਰਕਾਰ ਆ ਗਈ ਆ ਵੀ ਅਸੀਂ ਦੋ ਜਿਹੜੇ ਉਹ ਬਿਜਲੀ ਬਿੱਲ ਵਾਲਾ ਤੇ ਪਰਾਲੀ ਵਾਲਾ ਕਾਨੂੰਨ ਰੱਦ ਕਰਦੇ, ਅਸੀਂ ਉਹਨੂੰ ਵੀ ਅੰਸ਼ਕ ਜਿੱਤ ਕਿਹਾ, ਇਹਨੂੰ ਵੀ ਅੰਸ਼ਕ ਜਿੱਤ ਕਵਾਂਗੇ। ਪਰ ਸਾਡਾ ਅੰਦੋਲਨ ਖਤਮ ਹੋਊਗਾ ਮੁਕੰਮਲ ਜਿੱਤ ਤੇ ਮੁਕੰਮਲ ਜਿੱਤ ਹੋਊਗੀ ਕਾਨੂੰਨ ਰੱਦ ਹੋਣ ਤੇ। ਔਰ ਕਮੇਟੀ ਨੂੰ ਲੈ ਕੇ ਕੀ ਆਬਜੈਕਸ਼ਨ? ਕਮੇਟੀ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਸਾਬਕਾ ਜੱਜਿਸ ਆ ਜਾਣ, ਜਿਹੜੇ ਚੰਗੇ ਜੱਜ ਨੇ ਉਹ ਆ ਜਾਣ, ਉਸ ਨੂੰ ਲੈ ਕੇ ਜਥੇਬੰਦੀਆਂ ਰਾਸੀ ਕਿਉਂ ਨਹੀਂ? ਉਹ ਕੋਰਟ ਨੂੰ ਚਾਹੀਦਾ ਕਿ ਉਹ ਡਾਇਰੈਕਸ਼ਨ ਦੇਵੇ ਕੇਂਦਰ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਡਾਇਰੈਕਸ਼ਨ ਦੇਵੇ। ਸਰਕਾਰ ਲੋਕਾਂ ਦੀ ਚੁਣੀ ਹੋਈ ਆ, ਉਹ ਕਹਿੰਦੇ ਕਿ ਸਾਡੇ ਵਰਗੀ ਗਵਰਨੈਂਸ ਨਹੀਂ ਕਿਸੇ ਨੂੰ ਦਿੱਤੀ ਗਈ। 7 ਸਾਲ ਹੋ ਗਏ ਰਾਜ ਕਰਦਿਆਂ ਨੂੰ, ਮਾਮਲਾ ਉਹਨਾਂ ਨੂੰ ਨਿਬੇੜਨ ਨਹੀਂ ਆਉਂਦਾ ਕਿ ਕਿਹਦੀ ਗਵਰਨੈਂਸ ਹੈਗੀ ਉਹਨਾਂ ਦੀ। ਇਹ ਕਿੱਦਾਂ ਦੀ ਗਵਰਨੈਂਸ ਆ ਕਿ ਇੱਕ ਮਾਮਲਾ ਉਹਨਾਂ ਦੇ ਸਾਹਮਣੇ ਖੜਾ ਹੋਇਆ ਉਹ ਹੱਲ ਨਹੀਂ ਕਰਨ ਦੀ ਸਮਰੱਥਾ ਰੱਖਦੇ ਹੈਗੇ। ਇਸ ਕਰਕੇ ਅਸੀਂ ਕਹਿੰਦੇ ਕਿ ਸੁਪਰੀਮ ਕੋਰਟ ਨੂੰ ਉਦੋਂ ਦਖਲਅੰਦਾਜ਼ੀ ਕਰਨੀ ਚਾਹੀਦੀ ਸੀ ਜਦੋਂ ਰਾਜ ਸਭਾ 'ਚ ਇਹਨਾਂ ਨੇ ਪਾਰਲੀਮੈਂਟਰੀ ਪ੍ਰੋਸੀਜਰ ਦੀਆਂ ਧੱਜੀਆਂ ਉਡਾ ਕੇ ਕਾਨੂੰਨ ਪਾਸ ਕੀਤਾ। ਸੁਪਰੀਮ ਕੋਰਟ ਨੂੰ ਉਦੋਂ ਦਖਲਅੰਦਾਜ਼ੀ ਕਰਨੀ ਚਾਹੀਦੀ ਸੀ ਜਦੋਂ ਸੰਵਿਧਾਨ ਦੀ ਉਲੰਘਣਾ ਕਰਕੇ ਇਹਨਾਂ ਨੇ ਖੇਤੀਬਾੜੀ ਕਾਨੂੰਨ ਬਣਾਏ। ਕੇਂਦਰ ਕੋਲੇ ਕੋਈ ਅਧਿਕਾਰ ਹੀ ਨਹੀਂ ਹੈਗੇ ਖੇਤੀਬਾੜੀ ਬਾਰੇ ਕਾਨੂੰਨ ਬਣਾਉਣ ਦਾ, ਅਧਿਕਾਰ ਤਾਂ ਸੂਬਿਆਂ ਦੇ ਆ। ਹੁਣ ਅੰਦੋਲਨ ਖਤਮ ਕਿਵੇਂ ਹੋਏਗਾ? ਇਹ ਕਾਨੂੰਨ ਰੱਦ ਨਹੀਂ ਹੋਣਗੇ, ਅੰਦੋਲਨ ਕਿਵੇਂ ਖਤਮ ਹੋਏਗਾ? ਕਾਨੂੰਨ ਰੱਦ ਕਰਵਾ ਕੇ ਹੀ ਖਤਮ ਹੋਏਗਾ ਜਾਂ ਫਿਰ ਕੋਈ ਹੋਰ ਵਿਚਲਾ ਰਾਹ ਵੀ ਹੈਗਾ? ਵਿਚਲਾ ਰਾਹ ਕੋਈ ਨਹੀਂ ਹੋਣਾਗਾ। ਇਹ ਤਾਂ ਬਹੁਤ ਗੱਲ ਪੁਰਾਣੀ ਹੋ ਗਈ, 2020 'ਚ ਉਹ ਗੱਲ ਰਹੇਗੀ। ਉਹ ਉਦੋਂ ਵੀ ਕਿਹਾ ਗਿਆ ਕਿ ਸੂਬਾ ਸਰਕਾਰਾਂ ਦੇ ਉੱਤੇ ਛੱਡ ਦਿੱਤਾ ਜਾਵੇ, ਸੂਬਾ ਸਰਕਾਰਾਂ ਤੈਅ ਕਰ ਲੈਣ। ਬਿਲਕੁਲ ਕੇਂਦਰ ਸਰਕਾਰ ਕਾਨੂੰਨ ਰੱਦ ਕਰ ਦੇ। ਜੀ ਸੂਬਾ ਸਰਕਾਰਾਂ ਦਾ ਅਧਿਕਾਰ ਆ ਖੇਤੀਬਾੜੀ ਬਾਰੇ ਕਾਨੂੰਨ ਬਣਾਉਣਾ। ਉਹ ਜਿਹੜੇ ਸੂਬੇ ਦੀ ਸਰਕਾਰ ਬਣਾਊਗੀ ਉਹ ਸੂਬੇ ਦੀਆਂ ਜਥੇਬੰਦੀਆਂ ਦੇਖਣਗੀਆਂ ਵੀ ਠੀਕ ਆ ਕਿ ਗਲਤ ਆ। ਕੇਂਦਰ ਸਰਕਾਰ ਕਾਨੂੰਨ ਰੱਦ ਕਰੇ ਨਾ। ਇਹ ਕੇਂਦਰ ਸਰਕਾਰ ਕਹਿੰਦੀ ਅਸੀਂ ਸੂਬਿਆਂ ਨੂੰ ਅਧਿਕਾਰ ਦੇ ਦਾਂਗੇ, ਉਹ ਸੂਬਿਆਂ ਨੂੰ ਅਧਿਕਾਰ ਦੇਣ ਵਾਲੇ ਕੌਣ ਹੁੰਦੇ ਆ? ਇਹ ਤਾਂ ਭਾਰਤ ਦੇ ਸੰਵਿਧਾਨ ਮੁਤਾਬਕ ਸੂਬਿਆਂ ਕੋਲੇ ਪਹਿਲਾਂ ਦਾ ਅਧਿਕਾਰ ਆ, ਉਹ ਤਾਂ ਅਧਿਕਾਰ ਖੋਹ ਰਹੇ ਹੈਗੇ ਆ। ਹੁਣ ਇੱਕ ਤਾਂ ਨਜ਼ਰਾਂ ਅੱਜ ਦੇ ਕੋਰਟ ਦੇ ਫੈਸਲੇ ਤੇ ਹੈ, ਦੂਸਰਾ ਲੋਹੜੀ ਆ ਗਈ। ਲੋਹੜੀ ਨੂੰ ਲੈ ਕੇ ਕੀ ਕੁਝ ਰੂਪ ਰੇਖਾ ਜਿਹੜੀ ਹੈ ਉਹ ਲਿਖੀ ਗਈ? ਦੇਖੋ, ਲੋਹੜੀ ਦਾ ਤਿਉਹਾਰ ਪੰਜਾਬ ਦੇ ਬਹੁਤ ਵੱਡੇ ਕਿਸਾਨ ਆਗੂ ਦੁੱਲੇ ਭੱਟੀ ਨਾਲ ਜੁੜਿਆ ਹੋਇਆ। ਦੁੱਲੇ ਭੱਟੀ ਨੇ ਅਕਬਰ ਦੇ ਖਿਲਾਫ, ਮੁਗਲ ਸ਼ਾਹੀ ਦੇ ਖਿਲਾਫ ਲੜਾਈ ਲੜੀ। ਦੁੱਲੇ ਦੇ ਪਿਓ ਦਾਦੀਆਂ ਖੱਲਾਂ ਲਾ ਕੇ ਉਹਨਾਂ ਨੇ ਜਿਹੜੀਆਂ ਟੰਗੀਆਂ, ਔਰ ਦੁੱਲਾ ਵੀ ਲੜਦਾ ਸ਼ਹੀਦ ਹੋਇਆ ਉਹ ਮੁਗਲਾਂ ਦੇ ਖਿਲਾਫ। ਜਿਹੜੇ ਉਹ ਜਗੀਰਦਾਰਾਂ ਦੇ ਖਿਲਾਫ ਕਿਸਾਨਾਂ ਦੀ ਲੁੱਟ ਕਰਦੇ ਸੀਗੇ। ਇਸ ਕਰਕੇ ਉਹ ਤਿਉਹਾਰ ਪੰਜਾਬ ਦੇ ਬਹੁਤ ਵੱਡੇ ਉਸ ਨਾਇਕ ਦੇ ਨਾਲ ਜੁੜਿਆ ਹੋਇਆ। ਤੇ ਹੁਣ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਤੇ ਪੰਜਾਬ ਦੇ ਜਿਹੜੇ ਹੈਗੇ ਆ ਦੁੱਲੇ ਆ, ਉਸ ਦੁੱਲੇ ਭੱਟੀ ਨੂੰ ਯਾਦ ਕਰਨਗੇ। ਤੇ ਤਰੀਕੇ ਨਾਲ ਇੱਥੇ ਸਿੰਘੂ ਬਾਰਡਰ ਤੇ ਕੀ ਕੁਝ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ? ਤਾਂ ਜਿਹੜੀਆਂ ਪੂਰੇ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਹੋਇਆ ਕਿ ਉਹ ਲੋਹੜੀ ਜਦੋਂ ਲੋਹੜੀ ਨੂੰ ਲੈ ਕੇ 26 ਜਨਵਰੀ ਨੂੰ ਲੈ ਕੇ ਲਗਾਤਾਰ ਪ੍ਰੋਗਰਾਮ ਲਿਖੇ ਗਏ ਨੇ। ਮੈਂ ਤੁਹਾਡੇ ਕੋਲ ਵਾਪਸ ਆਵਾਂਗਾ ਪੰਕਜ, ਤੁਹਾਡੇ ਕੋਲ ਵਾਪਸ ਆਵਾਂਗਾ, ਅਪਡੇਟ ਲਵਾਂਗੇ। ਸਾਡੇ ਨਾਲ ਆਰਐਸ ਘੁੰਮਣ ਸਾਹਿਬ ਲਗਾਤਾਰ ਜੁੜੇ ਹੋਏ ਨੇ, ਸੁਰਜੀਤ ਕੁਮਾਰ ਜਿਆਣੀ ਜੀ ਜੁੜੇ ਹੋਏ ਨੇ, ਤੇ ਇਸ ਵਿਚਾਲੇ ਸਾਡੇ ਨਾਲ ਦਿੱਲੀ ਸੁਪਰੀਮ ਕੋਰਟ ਦੇ ਬਾਹਰ ਤੋਂ ਸਾਡੇ ਸਹਿਯੋਗੀ ਸੁਸ਼ੀਲ ਪਾਂਡੇ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ।
ਵੱਡੀ ਖਬਰ ਇਸ ਸਮੇਂ ਅਸੀਂ ਦੇ ਰਹੇ ਹਾਂ, ਕਿਸੇ ਵੀ ਵੇਲੇ ਸੁਣਵਾਈ ਸ਼ੁਰੂ ਹੋ ਸਕਦੀ ਹੈ। ਸੁਪਰੀਮ ਕੋਰਟ ਦੇ ਵੱਲੋਂ फैसला सुनाया जा सकता है। सदर रुख करते हैं सुशील दा। सुशील, क्या कुछ अपडेट आपके पास? आज देखिए, अभी फिलहाल सुप्रीम कोर्ट की सुनवाई शुरू होने में थोड़ा समय बाकी है, क्योंकि अभी कुछ और मामलों पर सुप्रीम कोर्ट सुनवाई कर रहा है। लेकिन उम्मीद ये है कि 15 से 20 मिनट में इस पूरे मामले में सुप्रीम कोर्ट सुनवाई शुरू भी कर देगा। हालांकि आज की सुनवाई बेहद अहम है, क्योंकि सुप्रीम कोर्ट आज इस पूरे मामले में तमाम जो किसान एसोसिएशन हैं उनसे, उनके प्रतिनिधियों के वकीलों से ये जानने की कोशिश जरूर करेगा कि क्या अगर सुप्रीम कोर्ट इस मामले में किसी कमेटी का गठन करता है तो वो तमाम किसान एसोसिएशन उस कमेटी का हिस्सा बन सकते हैं या फिर नहीं। दूसरी बात ये कि आज केंद्र सरकार भी सुप्रीम कोर्ट में ये बताएगी कि इस प्रकार से वो अगर थोड़ा सा समय केंद्र सरकार को सुप्रीम कोर्ट देता है तो वो एक बार दोबारा किसानों से बातचीत करना चाहते हैं। लेकिन जिस तरह कल तल्ख टिप्पणियां की गई केंद्र सरकार की तमाम दलीलों को लेकर, तमाम प्रयासों को लेकर, उसको लेकर एक बार फिर से सुप्रीम कोर्ट में केंद्र सरकार अपनी दलीलें रखेगी और अपनी तमाम बातों को रखेगी। सबसे महत्वपूर्ण बात इस पूरे मामले में यह भी है कि आज की जो सुनवाई होगी उस सुनवाई में सुप्रीम कोर्ट समाधान निकाल पाता है या नहीं निकाल पाता है, ये देखना बेहद अहम होगा। क्योंकि कहीं ना कहीं अगर समस्या है तो समस्या में दोनों जो गुट हैं, यानी कि सरकार भी और किसान एसोसिएशन, अगर किसी भी समस्या का समाधान करना है तो 2 कदम आपको पीछे होना होगा, 2 कदम सरकार को पीछे होना होगा। लेकिन अगर आप किसी भी समस्या के समाधान के लिए आप चर्चा ही नहीं करना चाहते हैं तो उस समस्या का समाधान हो नहीं सकता है। हालांकि सुप्रीम कोर्ट में याचिकाएं जो दाखिल की गई थी, उन याचिकाओं में इस पूरे कानून की संवैधानिकता को परखने की बात कही गई थी, लेकिन बावजूद इसके सुप्रीम कोर्ट इस पूरी समस्या की मध्यस्थता की ओर आगे बढ़ रहा है। और ऐसे में अगर सुप्रीम कोर्ट इस मामले में किसी भी कमेटी का गठन करता है और अगर इस पूरे कानून पर रोक भी लगा देता है तो क्या इस पूरे मामले में किसान एसोसिएशन ऐसा कोई अंडरटेकिंग सुप्रीम कोर्ट में देते हैं कि अगर सुप्रीम कोर्ट इस कानून पर रोक लगा दे और उसको लागू होने ना दे और साथ ही साथ एक कमेटी का गठन कर दे तो क्या किसान के तमाम जो प्रदर्शनकारी हैं वो प्रदर्शन से उठ जाएंगे? ये तमाम पहलू पर आज फिलहाल सुनवाई भी होगी और उस पर सुप्रीम कोर्ट अपना अहम फैसला भी सुनाएगा। दूसरी बात की जो 26 जनवरी को इस पूरे मामले में जो गणतंत्र दिवस पर परेड होने वाला है उसको लेकर कुछ किसान रैली निकालने की बात कर भी रहे हैं, जिसको लेकर भी याचिका केंद्र सरकार की तरफ से सुप्रीम कोर्ट में दाखिल की गई है और ये मांग की गई है कि सुप्रीम कोर्ट इस मामले में एक आदेश जारी करे ताकि उस दिन 26 जनवरी को कोई भी किसान रैली ना होने पाए, क्योंकि ये उस दिन देश के सम्मान की बात है, देश की अस्मिता की बात है और ऐसे में वो नहीं चाहते कि किसी भी प्रकार का गतिरोध हो, क्योंकि इस पूरे मामले में विश्व की नजर होती है। लिहाजा सुरक्षा और साथ ही साथ देश का सम्मान ये सबसे पहली प्राथमिकता होनी चाहिए और इसीलिए सुप्रीम कोर्ट में केंद्र सरकार ने याचिका दाखिल की है। उम्मीद यह है कि थोड़ी देर में इस पूरे मामले पर सुप्रीम कोर्ट सुनवाई शुरू कर सकता है, दलीलों का दौर फिर से शुरू होगा। लेकिन जो हमें जानकारी मिल रही है उस जानकारी के मुताबिक तमाम किसान जो एसोसिएशन हैं उनके वरिष्ठ वकीलों के माध्यम से वो आज सुप्रीम कोर्ट में ये बताएंगे कि अगर सुप्रीम कोर्ट इस मामले में किसी कमेटी का गठन करता है तो उस कमेटी का वो हिस्सा नहीं होंगे और अगर ऐसा होता है तो समस्या वहीं की वहीं रहेगी। सबसे बड़ी बात इस मामले में यह भी है कि अगर किसी भी बात पर अगर आप चर्चा नहीं करेंगे तो समस्या का निदान कैसे होगा। और इसीलिए सुप्रीम कोर्ट ने कल यह स्पष्ट किया कि इस पूरे मामले में अगर कमेटी का गठन किया जाता है तो नाम किसान एसोसिएशन की तरफ से भी तमाम लोगों के सुझाए जाएंगे, सरकार की तरफ से भी सुझाए जाएंगे। लेकिन सरकार ये कह रही है कि अगर किसी कमेटी का गठन किया जाता है तो उसमें सरकार के नुमाइंदे भी होंगे, एक्सपर्ट भी होंगे। लेकिन जब अभी भी सरकार से बातचीत किसान नहीं कर रहे हैं तो कमेटी के गठन करने के बाद क्या गारंटी है कि तमाम जो किसान हैं वो बातचीत करेंगे। अब बड़ी बात इस मामले में यह भी है कि अगर किसानों में गतिरोध है, किसानों को इस पूरे कानून को लेकर कोई समस्या है तो उस समस्या का समाधान के लिए उनको चर्चा करना पड़ेगा, उनको बातचीत के लिए आगे आना पड़ेगा। इसीलिए कल अटॉर्नी जनरल की तरफ से सुप्रीम कोर्ट में यह कहा गया कि अगर सुप्रीम कोर्ट इस कानून पर रोक भी लगाता है तो वो कौन कौन से बिंदुओं पर रोक लगाएगा यह बताना बेहद जरूरी है। अब सवाल यह है कि अगर किसान को इस पूरे कानून से आपत्ति है तो उस कानून में किन किन मुद्दों पर आपत्ति है उस पर सुप्रीम कोर्ट सवाल कर सकता है। और सुप्रीम कोर्ट किसान एसोसिएशन से यह भी अंडरटेकिंग ले लेगा कि अगर इस पूरे मामले में सुप्रीम कोर्ट इस कानून पर रोक लगा भी देता है लागू होने से, तो क्या जब तक कमेटी अपना कोई रिपोर्ट सुप्रीम कोर्ट में दाखिल नहीं करती है तब तक इस प्रदर्शन को खत्म कर दिया जाए,
क्योंकि सुप्रीम कोर्ट के सामने समस्याएं कई हैं। पहली समस्या इस पूरे मामले में यह है कि तमाम जो बुजुर्ग, जो महिलाएं, जो बच्चे बॉर्डर पे बैठे हुए हैं, उनके स्वास्थ्य की चिंता सुप्रीम कोर्ट कर रहा है। तमाम जो किसान हैं, उनके स्वास्थ्य की चिंता सुप्रीम कोर्ट कर रहा है। कोविड का जो दौर है, उस कोविड के काल में वहाँ कोविड को लेकर, प्रचार प्रसार को लेकर किस प्रकार के नियमों का पालन किया जा रहा है, सैनिटाइजेशन के लिए वहाँ पर क्या व्यवस्था है, इन तमाम पहलुओं पर फिलहाल सुप्रीम कोर्ट चिंतित है। और इसीलिए सुप्रीम कोर्ट ये चाहता है कि इस समस्या का निदान जल्द से जल्द हो। और इसीलिए सुप्रीम कोर्ट ने कल केंद्र सरकार से सीधा सवाल खड़ा किया कि अगर आपके कानून से लोगों के भीतर सामंजस्य है, अगर लोगों के भीतर चिंता है, तो ये आपकी जिम्मेदारी है कि आप उनकी चिंताओं को दूर करें, उनके भ्रम को दूर करें, क्योंकि आप सरकार हैं। चूंकि कानून आपके द्वारा बनाया गया है, अगर आप कानून रद्द नहीं करते हैं तो हम कानून रद्द कर देंगे। इस पर अटॉर्नी जनरल की तरफ से कहा गया कि कानून में ऐसा कुछ नहीं है जिससे किसान का हित अनहित हो जाए। ये कानून किसानों के हित के लिए है और केंद्र सरकार हमेशा किसानों के साथ खड़ी है। किसानों का हित सर्वोपरि है और इसीलिए सुप्रीम कोर्ट में कल केंद्र सरकार ने हलफनामा दाखिल करके ये बताने की भी कोशिश की। अब ऐसे में क्या सुप्रीम कोर्ट केंद्र सरकार के इन दलीलों से संतुष्ट होता है? क्या किसान सुप्रीम कोर्ट के द्वारा दिए गए आदेश से संतुष्ट होते हैं? ये देखना होगा। ठीक है, इसके लिए थोड़ा सा इंतजार में शुरू होगा। तो क्या चीज जी थोड़ा सा इंतजार जरूर हमें करना होगा कि सुप्रीम कोर्ट के अंदर क्या कुछ आज होता है सुनवाई के दौरान और सुप्रीम कोर्ट के फैसले के दौरान। सुशील, हम आपसे अपडेट लेते रहेंगे। जैसे ही आपके पास कुछ अपडेट आता है इस पूरी सुनवाई को लेकर तो फौरन मैं आपका रुख करूंगा और सीधा हम अपने दर्शकों तक वो पूरी जानकारी पहुंचाएंगे। मेहमान साडे नाल लगातार बने हुए ने, ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਜਿਹੜਾ ਪੂਰਾ ਮਾਮਲਾ ਹੈ, ਮਸਲਾ ਹੈ, ਉਸ ਦਾ ਹੱਲ ਨਿਕਲ ਆਏਗਾ। सरनल घुम्मन साहब ने ते सरनल जियाणी जी लगातार फोन लाइन के जरिए जुड़े हुए ने। RS घुम्मन जी ने। घुम्मन साहब, मैं जो ब्रेक तो पहला जिक्र मैं कर रहा सी कि एक दिन पहला तुसी साडे नाल जुड़े सी, उस समय तुसी कहा सी कि ये पूरा फार्मूला हो सकता है कि जे कानून सस्पेंड कर दिते जाण साल ਲਈ 6 ਮਹੀਨੇ या 2 साल ਦੇ ਲਈ ਤਾਂ ਜਥੇਬੰਦੀਆਂ ਉਸ ਦੇ ਉੱਤੇ ਰਾਜ਼ੀ ਹੋ ਸਕਦੀਆਂ ਨੇ। ਤਾਂ ਲੱਗਦਾ ਹੈ ਕਿ ਹੁਣ ਤਾਂ ਤਕਰੀਬਨ ਉਹੀ ਗੱਲ ਹੋਏਗੀ ਕਿ ਸੁਪਰੀਮ ਕੋਰਟ ਰੋਕ ਲਗਾ ਦੇਵੇ। ਤਾਂ ਲੱਗਦਾ ਹੈ ਕਿ ਉਹ ਫਾਰਮੂਲਾ ਬਣ ਸਕਦਾ ਅੱਜ। ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ ਕੀ ਫੈਸਲਾ ਅੱਜ ਕਰਦੀ ਹੈ ਇਹ ਤਾਂ ਆਪਾਂ ਨੂੰ ਪਤਾ ਨਹੀਂ ਹੈ ਜੀ, ਪਰ ਜੋ ਕੱਲ ਦੇ ਫੈਸਲੇ ਤੋਂ ਇੰਡੀਕੇਸ਼ਨਸ ਨੇ ਉਸ ਤੋਂ ਲੱਗ ਰਿਹਾ ਕਿ ਉਹ ਸਸਪੈਂਡ ਕਰ ਸਕਦੇ ਨੇ ਜੀ ਇਹਨਾਂ ਦਾ ਆਪਰੇਸ਼ਨ ਜੀ। ਇਹਨਾਂ ਸਸਪੈਂਡ ਆਪਰੇਸ਼ਨ ਹੁੰਦਾ ਹੈ, ਕਾਨੂੰਨ ਨਹੀਂ ਹੋਣਗੇ ਇਹਨਾਂ ਦਾ। ਮੇਰਾ ਜਿਹੜਾ ਆਰਗੂਮੈਂਟ ਸੀ ਉਦੋਂ ਉਸ ਵੇਲੇ ਉਹ ਇੰਨਾ ਨਹੀਂ ਸੀ, ਇਸ ਦੇ ਨਾਲ ਇਹ ਸੀ, ਮੈਂ ਕਿਹਾ ਸੀਗਾ ਕਿ ਸਰਕਾਰ ਜਿਹੜੀ ਹੈ ਇਸ ਨੂੰ ਸਾਲ 2 ਸਾਲਾਂ ਲਈ ਇਹਦਾ ਆਪਰੇਸ਼ਨ ਜਿਹੜਾ ਰੋਕ ਦੇਵੇ, ਇਹਦੀ ਇੰਪਲੀਮੈਂਟੇਸ਼ਨ ਰੋਕ ਦੇਵੇ ਤੇ ਨਾਲ ਕੋਈ ਕਿਸਾਨਾਂ ਨਾਲ ਗੱਲਬਾਤ ਕਰਕੇ, ਸਟੇਟਾਂ ਨਾਲ ਗੱਲਬਾਤ ਕਰਕੇ ਜੋ ਨਵੇਂ ਇਸ ਕਾਨੂੰਨ ਨੂੰ ਬਿਲਕੁਲ ਨਾ ਲੈ ਕੇ ਆਵੇ, ਇਹ ਨਵੇਂ ਕਾਨੂੰਨ ਜਿਹੜੇ ਨੇ ਉਹ ਕੁਆਇਨ ਕੀਤੇ ਜਾਣ। ਜੋ ਪ੍ਰੋਸੀਜਰ ਹੈ ਡੈਮੋਕ੍ਰੇਸੀ ਦਾ, ਪਾਰਲੀਮੈਂਟ ਦਾ, ਸਟੇਟ ਅਸੈਂਬਲੀ ਦਾ ਅਧਿਕਾਰ ਹੈ, ਉਹਨਾਂ ਨਾਲ ਗੱਲ ਕਰਕੇ ਪਾਰਲੀਮੈਂਟ 'ਚ ਡਿਬੇਟ ਕਰਕੇ ਜਿਹੜੇ ਕਾਨੂੰਨ ਹੈ ਉਹ ਦੁਬਾਰਾ ਬਣਾਏ ਜਾਣ। ਦੇਖੋ, ਮੈਂ ਐਜ਼ ਇਕਨੋਮਿਸਟ, ਐਜ਼ ਸਟੂਡੈਂਟ ਆਫ ਇਕਨੋਮਿਕਸ ਭਾਵੇਂ ਇਹ ਕਹਿ ਸਕਦਾ ਕਿ ਖੇਤੀ 'ਚ ਸੁਧਾਰਾਂ ਦੀ ਲੋੜ ਹੈ, ਪਰ ਕਿਸ ਕਿਸਮ ਦੇ ਸੁਧਾਰਾਂ ਦੀ ਲੋੜ ਹੈ ਇਹ ਇੱਕ ਵੱਡਾ ਮਸਲਾ ਹੈ ਕਿ ਕਿਸਾਨ ਪੱਖੀ ਸੁਧਾਰ ਕਰਨੇ ਨੇ ਜਾਂ ਕਾਰਪੋਰੇਟ ਪੱਖੀ ਸੁਧਾਰ ਕਰਨੇ ਨੇ, ਇਹ ਦੂਸਰਾ ਇਸ਼ੂ ਹੈ। ਸੋ ਮੈਂ ਜਿਹੜਾ ਉਸ ਵੇਲੇ ਕਿਹਾ ਸੀ ਸਿਰਫ ਸਸਪੈਂਸ਼ਨ ਨਹੀਂ ਸੀ ਕਿਹਾ, ਮੈਂ ਕਿਹਾ ਸੀ ਕਿ ਉਸ ਵੇਲੇ ਸੁਪਰੀਮ ਕੋਰਟ ਦਾ ਕੋਈ ਇੰਡੀਕੇਸ਼ਨ ਨਹੀਂ ਸੀ। ਜਦੋਂ ਮੈਂ ਕਿਹਾ ਸਰਕਾਰ ਹੀ ਆਪਣੀ ਬੜਪਣ ਚੋਂ ਜੇ ਉਹਨਾਂ ਨੂੰ ਲੱਗ ਰਿਹਾ ਕਿ 90% ਕਿਸਾਨ ਕਹਿ ਰਹੇ ਨੇ ਜਾਂ ਉਹਨਾਂ 'ਚ ਕਮੀਆਂ ਨੇ ਜਾਂ ਉਹਨਾਂ 'ਚ ਸੁਧਾਰ ਕਰਨ ਦੀ ਲੋੜ ਹੈ ਤੇ ਉਹਨਾਂ ਨੇ 15 ਚੋਂ 8 ਲਈ ਮੰਨ ਲਈਆਂ ਨੇ ਜਾਂ ਮੰਨਣ ਨੂੰ ਤਿਆਰ ਨੇ, ਤਾਂ ਫਿਰ ਇਹਦੀ ਸਸਪੈਂਸ਼ਨ, ਇਹਦੀ ਆਪਰੇਸ਼ਨ ਸਸਪੈਂਡ ਕਰਕੇ ਇਹ ਸਾਲ 2 ਸਾਲ ਲਈ ਰੋਕ ਦਿਓ। ਦੁਬਾਰਾ ਜਿਹੜਾ ਪ੍ਰੋਸੀਜਰ ਹੈ ਅਡਾਪਟ, ਕਿਉਂਕਿ ਪਹਿਲਾ ਪ੍ਰੋਸੀਜਰ ਤੇ ਵੀ ਇਸ਼ੂ ਨੇ ਕਿ ਉੱਤੇ ਡਿਬੇਟ ਹੋਵੇ ਕਿਸਾਨਾਂ ਨਾਲ ਵੀ, ਸਟੇਟਾਂ ਨਾਲ, ਸਟੇਟ ਅਸੈਂਬਲੀਜ਼ ਡਿਬੇਟ ਕਰਨ ਔਰ ਪਾਰਲੀਮੈਂਟ ਡਿਬੇਟ ਕਰੇ ਪ੍ਰੋਪਰ। ਜਾਨੀ ਸਾਹਿਬ, ਮੈਂ ਅਨਕੁਮਾਰ ਸਾਹਿਬ ਤੁਹਾਡੇ ਕੋਲ ਆਉਂਗਾ। ਮੈਂ ਇੱਕ ਪੁਆਇੰਟ ਤੁਸੀਂ ਜੋ ਜ਼ਿਕਰ ਕਰ ਰਹੇ ਹੋ ਮੈਂ ਉਸ ਦੇ ਉੱਤੇ ਇੱਕ ਮਿੰਟ ਜੋ ਉਸ ਤੋਂ ਬਾਅਦ ਨਿਕਲਦਾ ਹੈਗਾ ਉਸ ਨੂੰ ਵੇਖਣ ਕਿ ਕੀ ਲਾਗੂ ਹੋ ਸਕਦਾ, ਕੀ ਲਾਗੂ ਨਹੀਂ ਹੋ ਸਕਦਾ, ਜੇ ਕੀ ਕਾਨੂੰਨ ਬਣ ਸਕਦੇ ਨੇ। ਅੱਛਾ, ਮੈਂ ਇਸ ਤੋਂ ਬਾਅਦ ਤੁਹਾਡੇ ਤੋਂ ਮਾਫੀ ਚਾਹਾਂਗਾ, ਮੈਂ ਬਿਜੀ ਹਾਂ, ਮੈਂ ਨਹੀਂ ਆਨਲਾਈਨ ਬੈਠ ਜੀ। ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਘੁੰਮਣ ਸਾਹਿਬ। ਜਿਆਣੀ ਜੀ ਸਾਡੇ ਨਾਲ ਲਗਾਤਾਰ ਨੇ। ਜਿਆਣੀ ਸਾਹਿਬ,
ਮੈਂ ਇੱਕ ਚੀਜ਼ ਤੁਹਾਡੇ ਤੋਂ ਸਮਝਣਾ ਚਾਹੁੰਦਾ, ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਕੇਂਦਰ ਦੀ ਸਰਕਾਰ ਜਾਂ ਬੀਜੇਪੀ ਲੇਟ ਹੋ ਗਈ? ਪਹਿਲਾਂ ਲੋਕਾਂ ਨੂੰ ਸਮਝਾਉਣ ਦੇ ਵਿੱਚ ਵੀ ਕਾਨੂੰਨਾਂ ਬਾਰੇ, ਉਸ ਤੋਂ ਬਾਅਦ ਜਦੋਂ ਪੰਜਾਬ 'ਚ ਪ੍ਰਦਰਸ਼ਨ ਚੱਲ ਰਿਹਾ ਸੀ, ਜੇਕਰ ਉਸ ਸਮੇਂ ਤੁਸੀਂ ਅਮੈਂਡਮੈਂਟ ਦਾ ਜ਼ਿਕਰ ਕਰਨ ਲੱਗ ਜਾਂਦੇ, ਸੋਧਾਂ ਦਾ ਜ਼ਿਕਰ ਕਰ ਲੈਂਦੇ ਤਾਂ ਸ਼ਾਇਦ ਮਸਲਾ ਸੁਲਝ ਜਾਂਦਾ। ਫਿਰ ਉਹ ਸਟੇਜ ਆਈ ਜਦੋਂ ਤੁਸੀਂ ਸਸਪੈਂਡ ਕਰਨ ਵਾਲਾ ਕੋਈ ਮਸਲਾ ਕਰ ਲੈਂਦੇ ਤਾਂ ਸ਼ਾਇਦ ਮਸਲਾ ਸੁਲਝ ਜਾਂਦਾ। ਗੌਰਵ ਜੀ, ਬੜੀ ਸਮਝਣ ਦੀ ਲੋੜ ਹੈ ਜੀ। ਇਹ ਕਾਨੂੰਨ ਕੋਈ ਬੌਂਡ ਕਰਦੇ ਹੈ ਕਿ ਤੁਸੀਂ ਇਹ ਕਾਨੂੰਨ ਨਾ ਮੰਨੋ, ਤੁਸੀਂ ਕੰਟੈਕਟ ਫਾਰਮਿੰਗ ਕੋਈ ਸਰਕਾਰ ਕਹਿੰਦੀ ਵੀ ਜ਼ਰੂਰੀ ਕਰੋ, ਸਰਕਾਰ ਜ਼ਰੂਰੀ ਕਹਿੰਦੀ ਤੁਸੀਂ ਬਾਹਰ ਵੇਚੋ, ਤੁਸੀਂ ਮੰਡੀ 'ਚ ਵੇਚੋ, ਲੋਕਾਂ ਨੂੰ ਖੁੱਲੀ ਛੂਟ ਹੈ। ਇਹਦੇ ਕਾਨੂੰਨ ਦੇ ਵਿੱਚ ਕੋਈ ਬੈਨ ਹੋਵੇ ਨਾ ਜੀ ਵੀ ਇਹ ਜ਼ਰੂਰੀ ਕਰਨਾ ਹੈ, ਨਹੀਂ ਤਾਂ ਤੁਹਾਨੂੰ ਇਹ ਸਜ਼ਾ ਹੋ ਜਾਊਗੀ। ਤੁਸੀਂ ਅਗਰ ਬਾਹਰ ਵੇਚੋਗੇ ਜਾਂ ਅੰਦਰ ਵੇਚੋਗੇ ਸਜ਼ਾ ਹੋ ਜਾਊਗੀ, ਤੁਸੀਂ ਕੰਟੈਕਟ ਫਾਰਮਿੰਗ ਨਹੀਂ ਕਰੋਗੇ ਤਾਂ ਸਜ਼ਾ ਹੋ ਜਾਊਗੀ। ਤਾਂ ਮੰਨੀ ਗੱਲ, ਉਹ ਤਾਂ ਇੱਕ ਰਸਤਾ ਪੈਰਲਰ ਰਸਤਾ ਦਿੱਤਾ, ਇਹਨੂੰ ਤਕਲੀਫ ਕਿਹਨੂੰ ਕੀ ਹੈ? ਇਹਦੇ 'ਚ ਮੈਨੂੰ ਆ ਦੱਸੋ। ਤੁਹਾਡੀ ਕਿਸਾਨ ਦੀ ਮਰਜ਼ੀ ਹੈ, ਕੰਟੈਕਟ ਫਾਰਮਿੰਗ ਕਰੇ ਨਾ ਕਰੇ। ਅੱਜ ਕਰ ਰਹੇ, ਅੱਜ ਕਿਸਾਨ 13 ਸਾਲ ਤੋਂ ਅਸੀਂ ਕਰ ਰਹੇ ਹਾਂ। ਨਹੀਂ ਜਾਨੀ ਸਾਹਿਬ ਦੇਖੋ, ਜੇ ਆਪਾਂ ਬਹੁਤ ਲਾਰਜਰ ਸਕੇਲ ਤੇ ਨਹੀਂ ਆਪਾਂ ਜੇ ਬਹੁਤ ਲਾਰਜਰ ਸਕੇਲ ਤੇ ਗੱਲ ਕਰੀਏ, ਉਹ ਕਿਹਾ ਜਾਂਦਾ ਨਾ ਕਿ ਇੱਕ ਜਾਲ ਵਿਛਾ ਦਿੱਤਾ ਜਾਂਦਾ ਹੈ ਕਿ ਤੁਸੀਂ ਨਾ ਚਾਹੁੰਦੇ ਹੋਏ ਵੀ ਉਸ ਦੇ ਵਿੱਚ ਫਸਦੇ ਜਾਂਦੇ ਹੋ, ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਹੁੰਦਾ। ਜਿਹੜੇ ਖੇਤੀਬਾੜੀ ਮਾਹਰ ਨੇ ਉਹ ਇਹੀ ਕਹਿ ਰਹੇ ਨੇ। ਦੇਖੋ, ਕਿਸਾਨ ਜਥੇਬੰਦੀਆਂ ਜਿਹੜੀ ਗੱਲ ਕਰ ਰਹੀ ਹੈ ਜੀ, ਇਹਨਾਂ ਨੂੰ ਪੁੱਛਿਆ ਜਾਵੇ ਵੀ ਤੁਹਾਡੇ ਤੋਂ ਕੋਈ ਅਗਰ ਕਾਨੂੰਨ ਹੁੰਦਾ ਹੈ ਜਿਹੜਾ ਤੁਹਾਨੂੰ ਸਖਤੀ ਕਰੇ, ਤੁਹਾਨੂੰ ਇਹ ਕਹੇ ਵੀ ਤੁਸੀਂ ਜ਼ਰੂਰ ਹੈ ਜਿਹੜਾ ਪਰਾਲੀ ਅੱਗ ਵਾਲਾ ਸੀਗਾ, ਬਾਕੀ ਕਿਸਾਨ ਦੇ ਇੱਕ ਫੰਦਾ ਸੀ, ਉਹਨੂੰ ਮਜਬੂਰੀ ਸੀ, ਉਹ ਸਰਕਾਰ ਕਹਿੰਦੀ ਚਲੋ ਹਟਾ ਦਿੰਦੇ ਆ ਪ੍ਰਦੂਸ਼ਣ ਕਰਕੇ, ਉਹ ਵੀ ਕੋਰਟਾਂ ਦੀ ਤਰਫੋਂ ਲੱਗਿਆ ਸੀ, ਸਰਕਾਰ ਨੇ ਨਹੀਂ ਲਾਇਆ, ਤੇ ਚਲੋ ਉਹ ਸਰਕਾਰ ਨੇ ਕਹਿੰਦਾ ਹਟਾ ਦਿੰਦੇ ਆ। ਬਾਕੀ ਮੈਨੂੰ ਦੱਸੋ, ਜੇ ਮੈਂ ਕਿਸਾਨ ਆ, ਮੈਂ ਅਗਰ ਕੰਟੈਕਟ ਫਾਰਮਿੰਗ ਕਰਾਂ ਜਾਂ ਨਾ ਕਰਾਂ, ਮੇਰੇ ਤੇ ਕੋਈ ਬੈਨ ਤਾਂ ਨਹੀਂ ਹੈ। ਮੇਰਾ ਆੜਤੀਆ ਰੱਖਿਆ, ਮੈਂ ਆੜਤੀਏ ਕੋਲ ਵੇਚ ਆਵਾਂ। ਮੇਰਾ ਅਗਰ ਕੋਈ ਖੇਤ ਵਿੱਚ ਖਰੀਦਦਾ ਤਾਂ ਮੈਂ ਖੇਤ ਤੇ ਵੇਚ ਦੇਵਾਂ, ਜਾਂ ਮੈਨੂੰ ਕੋਈ ਸਜ਼ਾ ਹੋਵੇ ਤਾਂ ਫਿਰ ਗੱਲ ਹੈ। ਮੈਂ ਕਮਾਲ ਹੋ ਗਈ, ਇਹ ਕਿਸਾਨ ਦੇ ਹਿੱਤ ਦਾ ਕਾਨੂੰਨ ਹੈ, ਇਹ ਬਿਨਾਂ ਵਜ੍ਹਾ ਗੱਲ ਬਣਾਈ ਗਈ ਹੈ। ਔਰ ਗੁੰਮਣ ਸਾਹਿਬ ਜਿਵੇਂ ਕਹਿ ਰਹੇ ਸੀਗੇ, ਲੈ ਗੁੰਮਣ ਸਾਹਿਬ ਹੀ ਦੱਸ ਦੇਣ, ਇਹ ਤਾਂ ਸਰਕਾਰ ਕਹਿ ਰਹੀ ਹੈ ਕਿ ਲਿਆਓ ਅਸੀਂ ਕਿਸਾਨਾਂ ਦਾ ਭਲਾ ਚਾਹੁੰਦੇ ਹਾਂ, ਕੋਈ ਅੱਛਾ ਮਾਡਲ ਹੈ ਤਾਂ ਲਿਆਓ ਅਸੀਂ ਕਰ ਦਿੰਦੇ ਹਾਂ। ਤੇ ਸਰਕਾਰ ਕਿਸਾਨਾਂ ਦੇ ਹਿੱਤ ਦੀ ਗੱਲ ਕਰਦੀ ਹੈ। ਫਿਰ ਜਿਹੜੀ ਗੱਲ ਆ ਰਹੀ ਹੈ ਨਾ ਜੀ, ਜਿਹੜੀ ਇੰਨੀ ਨਰਮ ਸਰਕਾਰ ਅੱਜ ਤੱਕ ਨਹੀਂ ਦੇਖੀ ਹੈ ਮੈਂ, ਜਿਹੜੀ ਕਿ ਪ੍ਰਜਾਤੰਤਰ ਦੇ ਵਿੱਚ ਲੋਕਾਂ ਦੀ ਲਿਹਾਜ਼ ਕਰ ਰਹੀ ਹੈ। ਸਰਕਾਰਾਂ ਬਹੁਤ ਕੁਝ ਕਰ ਸਕਦੀਆਂ, ਪਿਛਲੀ ਸਰਕਾਰਾਂ ਨੇ ਬਹੁਤ ਕੁਝ ਕੀਤਾ ਹੈ। ਇਹ ਤਾਂ ਮੋਦੀ ਸਾਹਿਬ ਜਿਹੜੇ ਨੇ ਬੜਾ ਮਾਨ ਸਨਮਾਨ, ਜਿਹੜਾ ਖੱਟਰ ਸਾਹਿਬ ਹੈ ਉੱਥੇ ਹਰਿਆਣਾ ਸਰਕਾਰ ਹੈ, ਸਰਕਾਰ ਜਾਨੀ ਸਾਹਿਬ ਦੇਖੋ, ਕਿਸਾਨ ਜਥੇਬੰਦੀਆਂ ਨੇ ਇਹਨਾਂ ਨੂੰ ਧਮਕੀ ਕਹਿੰਦੀਆਂ ਨੇ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ, ਜਥੇਬੰਦੀਆਂ ਕਹਿੰਦੀਆਂ ਕਿ ਧਮਕੀ ਦਿੰਦੇ ਆ। ਸਰ ਇਹ ਤੁਸੀਂ ਧਮਕੀ ਬਣਵਾਉਂਦੇ ਹੋ, ਅਸੀਂ ਤਾਂ ਰਿਕਵੈਸਟ ਕਰ ਰਹੇ ਹਾਂ ਵੀ ਸਰਕਾਰ ਕਰਨ ਕਿਉਂ ਨਹੀਂ ਰਹੀਆਂ ਕਿ ਲੋਕਾਂ ਦੇ ਨਾਲ ਹੈ, ਕਿਸਾਨਾਂ ਦੇ ਨਾਲ ਹੈ। ਤੇ ਕਾਂਗਰਸ ਕਰਦੀ ਰਹੀ ਹੈ। ਮੈਂ ਕਹੀ ਇੱਕ ਮੂਵਮੈਂਟ ਹੋਈ ਸੀ, ਉਹਦੇ 5000 ਬੰਦੇ ਮਾਰਤੇ ਸੀ ਕਾਂਗਰਸ ਨੇ, ਔਰ ਕਾਂਗਰਸ ਨੇ ਐਮਰਜੈਂਸੀ ਲਾਈ, ਕਾਂਗਰਸ ਨੇ ਅਟੈਕ ਕੀਤੇ, ਕਾਂਗਰਸ ਨੇ ਦਿੱਲੀ 'ਚ ਕਿੰਨੇ ਕਤਲੇਆਮ ਕੀਤੇ। ਉਹ ਗੱਲਾਂ ਤੁਸੀਂ ਉਹ ਭੁੱਲ ਗਏ। ਅੱਜ ਮੋਦੀ ਸਾਹਿਬ ਨੇ ਦੇਸ਼ ਦੇ ਵਿੱਚ ਕੀ ਨਹੀਂ ਕੀਤਾ, ਕਿਸਾਨ ਵਾਸਤੇ ਕੀ ਨਹੀਂ ਕੀਤਾ, ਦੇਸ਼ ਦੀ ਤਾਕਤ ਬਣਾਉਣ ਵਾਸਤੇ ਕੀ ਨਹੀਂ ਕੀਤਾ, ਅੱਜ ਦੇਸ਼ ਦੀ ਦੂਸਰੇ ਦੇਸ਼ਾਂ ਦੀ ਸ਼ਾਨ ਵਾਸਤੇ ਕੀ ਨਹੀਂ ਕੀਤਾ। ਮੋਦੀ ਸਾਹਿਬ, ਜਾਂ ਤਾਂ ਕੋਈ ਕਹਦੇ ਇਹ ਬਿੱਲਾਂ ਦਾ ਵਿਰੋਧ ਨਹੀਂ ਹੈ, ਇਹ ਵਿਰੋਧ ਮੋਦੀ ਦਾ ਵਿਰੋਧ ਹੈ। ਇਹ ਮੈਂ ਤੁਹਾਨੂੰ ਸਹੀ ਕਹਿਣਾ ਚਾਹੁੰਦਾ। ਠੀਕ ਹੈ, ਤੁਸੀਂ ਇਹ ਲਗਾਤਾਰ ਜ਼ਿਕਰ ਕਰ ਰਹੇ ਹੋ। ਮੈਂ ਇੱਕ ਆਖਰੀ ਸਵਾਲ ਤੁਹਾਨੂੰ ਪੁੱਛਦਾ ਛੋਟਾ ਜਿਹਾ, ਤੁਹਾਨੂੰ ਲੱਗਦਾ ਹੈ ਕਿ ਰੋਕ ਲੱਗਣ ਤੋਂ ਬਾਅਦ ਧਰਨਾ ਖਤਮ ਹੋ ਜਾਏਗਾ? ਤੁਸੀਂ ਬਹੁਤ ਜਥੇਬੰਦੀਆਂ ਨਾਲ ਲਗਾਤਾਰ ਗੱਲਬਾਤ ਕੀਤੀ ਹੈ ਕਿ ਜੇ ਸੁਪਰੀਮ ਕੋਰਟ ਅੱਜ ਆਪਰੇਸ਼ਨਸ ਦੇ ਉੱਤੇ, ਇਹਨਾਂ ਕਾਨੂੰਨਾਂ ਦੇ ਆਪਰੇਸ਼ਨਸ ਤੇ ਰੋਕ ਲਗਾ ਦਿੰਦਾ ਹੈ ਤਾਂ ਉਸ ਤੋਂ ਬਾਅਦ ਧਰਨਾ ਖਤਮ ਹੋਣ ਦੀ ਉਮੀਦ ਹੈ। ਸੁਰਜੀਤ ਕੁਮਾਰ ਜਿਆਣੀ ਨੂੰ, ਜੋ ਲਗਾਤਾਰ ਕਿਸਾਨਾਂ ਨਾਲ ਗੱਲਬਾਤ ਕਰ ਰਿਹਾ। ਮੇਰੀ ਗੱਲ ਸੁਣ ਲਓ, ਕਿਸਾਨ ਜਥੇਬੰਦੀਆਂ ਝੂਠ ਮਾਰ ਕੇ ਲੋਕਾਂ ਨੂੰ ਲਿਆਈ ਹੈ, ਇਹਨਾਂ ਨੂੰ ਜਵਾਬਦੇਹੀ ਦੇਣੀ ਪੈਣੀ ਹੈ। ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ ਹੈ। ਇਹ ਪਰਦਾ ਹੁਣ ਚੱਕਣ ਵਾਲਾ ਹੈ। ਤੁਸੀਂ ਜਿਹੜਾ ਹੁਣੇ ਤੁਸੀਂ ਦਿਖਾ ਰਹੇ ਸੀ, ਉਹ ਬੋਲ ਰਿਹਾ ਸੀਗਾ, ਉਹਨੂੰ ਕਾਨੂੰਨ ਦੀ ਜਾਣਕਾਰੀ ਹੈ? ਉਹਨੂੰ ਕੀ ਕਾਨੂੰਨ ਬਾਰੇ ਦੱਸਿਆ ਮੈਨੂੰ ਦੱਸੋ। ਕੀ ਉਹ ਕਾਨੂੰਨ ਚੰਗੀ ਤਰ੍ਹਾਂ ਪੜ੍ਹ ਤਾਂ ਲਓ। ਉਹ ਕਾਨੂੰਨ ਨੂੰ ਸਟੇਜ ਦੇ ਉੱਤੇ ਮੈਂ ਵਕੀਲ ਭੇਜ ਦਿੰਦਾ, ਉਹ ਵਕੀਲ ਸਟੇਜ ਦੇ ਉੱਤੇ ਉਹਦੇ ਨਾਲ ਸਾਰੀ ਜਥੇਬੰਦੀਆਂ ਬਹਿਸ ਕਰ ਲਵੇ। ਮੈਂ ਇੱਕ ਬੰਦਾ ਹੋਰ ਭੇਜ ਦਿੰਦਾ। ਜੇ ਇਹਨਾਂ ਨੂੰ ਜੇ ਮੂੰਹ ਚ ਉਂਗਲੀ ਨਾ ਲੈਣੀ ਪੈ ਜੇ ਤਾਂ ਮੈਨੂੰ ਦੱਸੋ। ਉਹ ਅਸੀਂ ਕੋਈ ਕਿਸਾਨੀ ਕੀਤੀ ਹੈ, ਅਸੀਂ ਕਿਸਾਨ ਹੈਗੇ ਆ, ਸਾਨੂੰ ਪਤਾ ਹੈਗਾ ਜੋ ਇਹ ਸਰਕਾਰ, ਮੈਂ ਸਾਡੇ ਤੇ ਜੋ ਵਕੀਲ ਬੋਲੇਗਾ ਇਹ ਬੀਜੇਪੀ ਦੀ ਬੋਲੀ ਬੋਲਦਾ ਹੈ, ਜੇ ਪੱਤਰਕਾਰ ਕੋਈ ਬੋਲੇਗਾ ਇਹ ਬੀਜੇਪੀ ਦੀ ਬੋਲੀ। ਯਾਰ ਬੀਜੇਪੀ ਕੋਈ ਅਛੂਤ ਹੋਗੀ, ਬੀਜੇਪੀ ਕੋਈ ਇੰਨੀ ਮਾੜੀ ਹੋਗੀ ਜਿਹਨੇ ਦੇਸ਼ ਵਿੱਚ ਤਰੱਕੀ ਕੀਤੀ ਹੈ। ਔਰ ਇਹ ਜਿਹਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਰਗਾ ਇਹ ਜਿਹੇ ਪ੍ਰਧਾਨ ਮੰਤਰੀ ਬੜੀ ਮੁਸ਼ਕਿਲ ਨਾਲ ਮਿਲਦੇ ਹੈ। ਅੱਛਾ, ਦੇਸ਼ ਤਰੱਕੀ ਵੱਲ ਜਾ ਰਿਹਾ ਹੈ। ਇਹ ਕਾਮਰੇਡ ਜਿਹੜੇ ਹੈ, ਇਹ ਕਾਮਰੇਡ ਹੋਈ ਨੇ ਜਿਹੜੇ ਲਾਲਟਣਾ ਲੈ ਕੇ ਦੇਖਦੇ ਸੀ ਵੀ ਚੀਨ ਦੀ ਫੌਜਾਂ ਕਿੱਥੇ ਤੱਕ ਆ ਗਈਆਂ। ਅੱਜ ਵੀ ਇਹਨਾਂ ਦੀ ਸਰਦਾ ਚੀਨ ਦੇ ਨਾਲ ਤੇ ਜੁੜੀ ਹੋਈ ਹੈ। ਇਹਨਾਂ ਨੇ ਦੇਸ਼ ਦਾ ਹਿੱਤ ਕਦੇ ਨਹੀਂ ਚਾਹਿਆ।
ਇਹ ਗੱਲ ਇਹਨਾਂ ਦੇ ਪਿੱਛੇ ਜਿਹੜੀ ਤਾਕਤਾਂ ਕੰਮ ਯਾਨੀ ਕਰ ਸਾਹਿਬ ਰਹੀਆਂ ਇਸੇ ਦਾ ਇਤਰਾਜ਼ ਹੈ ਕਿਸਾਨ ਜਥੇਬੰਦੀਆਂ ਨੂੰ ਕਿ ਕਦੀ ਚੀਨ ਦਾ ਕਦੇ ਪਾਕਿਸਤਾਨ ਦਾ ਖਾਲਿਸਤਾਨ ਦਾ ਜ਼ਿਕਰ ਆ ਜਾਂਦਾ, ਉਹ ਬੜੀ ਇਤਰਾਜ਼ ਹੈ ਉਹਨਾਂ ਨੂੰ, ਇਸ ਕਰਕੇ ਹੀ ਲਗਾਤਾਰ ਉਹ ਵਿਰੋਧ ਕਰਦੇ ਆਏ ਨੇ ਬਿਆਨਾਂ ਦਾ। ਤੁਹਾਡੇ ਬਿਆਨਾਂ ਦਾ ਬੜਾ ਵਿਰੋਧ ਹੋਇਆ। ਚਲੋ ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਅਸੀਂ ਕੋਸ਼ਿਸ਼ ਕਰਾਂਗੇ ਦਿਨ ਭਰ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੇ, ਬੀਜੇਪੀ ਦੇ ਆਗੂਆਂ ਨਾਲ ਵੀ ਗੱਲਬਾਤ ਹੁੰਦੀ ਰਹੇ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਵੀ ਗੱਲਬਾਤ ਹੁੰਦੀ ਰਹੇ। ਸੁਪਰੀਮ ਕੋਰਟ ਦੇ ਵਿੱਚ ਕੁਝ ਹੀ ਪਲਾਂ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ। ਸੁਣਵਾਈ ਦੇ ਨਾਲ ਫੈਸਲਾ ਸੁਪਰੀਮ ਕੋਰਟ ਦਾ ਅੱਜ ਇਸ ਕਿਸਾਨ ਅੰਦੋਲਨ ਨੂੰ ਲੈ ਕੇ ਕਿ ਰੋਕ ਲਗਾਈ ਜਾਂਦੀ ਹੈ ਕਿ ਕਿਸਾਨਾਂ ਨੂੰ ਕੋਈ ਆਦੇਸ਼ ਦਿੱਤੇ ਜਾਂਦੇ ਨੇ ਸੁਪਰੀਮ ਕੋਰਟ ਦੇ ਵੱਲੋਂ। ਇਹ ਇੱਕ ਵੱਡਾ ਅੱਜ ਦਾ ਸਵਾਲ ਹੈ। ਥੋੜੀ ਦੇਰ ਦੇ ਵਿੱਚ ਉਮੀਦ ਕਰਾਂਗੇ ਕਿ ਸਭ ਕੁਝ ਸਾਫ਼ ਹੋ ਜਾਏਗਾ। ਨਿਊਜ਼ 18 ਦੇ ਉੱਤੇ ਲਗਾਤਾਰ ਕਵਰੇਜ ਜਾਰੀ ਰਹੇਗੀ। ਮੈਂ ਛੋਟੇ ਜਿਹੇ ਬ੍ਰੇਕ ਲਈ ਰੁਕ ਰਿਹਾ, ਫੌਰਨ ਵਾਪਸ ਆਵਾਂਗੇ। ਲਗਾਤਾਰ ਇਸ ਖਬਰ ਦੇ ਉੱਤੇ ਅਸੀਂ ਬਣੇ ਹੋਏ।